बिस्मिल्लाहिर्रहमानिर्रहीम। 3 जुम्मे छड्डण वाला काफर है, दायरा इस्लाम चों खारज है। अज तक तुसीं सुनिया है कि 3 जुम्मे छड्ड देण वाला दायरा इस्लाम चों खारज हुंदा है। अच्छा, तो जिहड़ा दायरा इस्लाम चों खारज होवे उही तो काफर हुंदा है। ज़ाहिर गल है, दायरा इस्लाम चों निकलिया तो काफर हो गया। तो तुसीं कदी वेख्या है कि किसी ने आख्या होवे, तुसीं वेख्या होना कई बंदियां ने कदी ईद दी नमाज़ भी नहीं पढ़ी, उन्हें पता नहीं कई जुम्मे छड्ड दित्ते ने। ਉਹਨੂੰ ਕਿਸੇ ਨੇ ਆ ਕੇ ਮੌਲਵੀ ਸਾਹਿਬ ਨੇ ਆਖਿਆ ਹੋਵੇ ਵੀ ਯਾਰ ਕਲਮਾ ਦੁਬਾਰਾ ਪੜ੍ਹ ਕਿਉਂਕਿ ਤੂੰ ਦਾਇਰਾ ਇਸਲਾਮ 'ਚੋਂ ਨਿਕਲ ਗਿਆ, ਤੂੰ ਹੁਣ ਮੁਸਲਮਾਨ ਨਹੀਂ ਰਿਹਾ। ਕਦੀ ਕਿਸੇ ਨੇ ਕਿਹਾ ਹੈ? ਫਿਰ ਉਹਦਾ ਜਨਾਜ਼ਾ ਵੀ ਪੜ੍ਹਾਉਂਦੇ ਨੇ। ਅਗਰ ਉਹ ਦਾਇਰਾ ਇਸਲਾਮ 'ਚੋਂ ਨਿਕਲ ਗਿਆ ਤਾਂ ਫਿਰ ਉਹਦਾ ਜਨਾਜ਼ਾ ਕਿਉਂ ਪੜ੍ਹਾਇਆ ਜਾ ਰਿਹਾ, ਫਿਰ ਉਹਨੂੰ ਮੁਸਲਮਾਨ ਕਿਉਂ ਮੰਨਿਆ ਜਾ ਰਿਹਾ? ਅੱਛਾ, ਅਤੇ ਫਿਰ ਨਾਲੇ ਕਹਿੰਦੇ ਕਿ ਦਾਇਰਾ ਇਸਲਾਮ 'ਚੋਂ ਨਿਕਲ ਗਿਆ। ਅੱਛਾ, ਜਿਹੜਾ ਸ਼ਖਸ 3 ਜੁਮੇ ਛੱਡ ਦੇਵੇ, ਇਹਦਾ ਨਿਕਾਹ ਬਾਕੀ ਫਿਰ ਕਿਵੇਂ ਰਹਿੰਦਾ ਹੈ? ਕਿਉਂਕਿ ਬੀਵੀ ਮੁਸਲਮਾਨ ਹੈ ਤਾਂ ਬੰਦਾ ਹੁਣ ਜੁਮਾ ਛੱਡਣ ਦੀ ਵਜ੍ਹਾ ਤੋਂ ਕਾਫਰ ਹੋ ਗਿਆ, ਦਾਇਰਾ ਇਸਲਾਮ 'ਚੋਂ ਖਾਰਜ ਹੋ ਗਿਆ। ਠੀਕ, ਫਿਰ ਉਹਦਾ ਨਿਕਾਹ ਬਾਕੀ ਨਹੀਂ ਰਹਿੰਦਾ, ਅਤੇ ਜਿਹੜੇ ਬੱਚੇ ਹੋਣਗੇ ਉਹ ਤਾਂ ਫਿਰ ਨਜਾਇਜ਼ ਹੀ ਹੋਣਗੇ ਨਾ। ਅਗਰ ਉਹ ਦਾਇਰਾ ਇਸਲਾਮ 'ਚੋਂ ਨਿਕਲ ਗਿਆ ਹੈ ਤੇ ਫਿਰ ਇਹ ਤਾਂ ਅੱਜ ਤੱਕ ਅਸੀਂ ਸੁਣਿਆ ਕਿ ਉਹ ਦਾਇਰਾ ਇਸਲਾਮ 'ਚੋਂ ਨਿਕਲ ਗਿਆ ਅਤੇ ਕਾਫਰ ਹੋ ਗਿਆ। ਅੱਛਾ, ਅਤੇ ਕਿਆ ਕਿਸੇ ਨੇ ਸ਼ਾਦੀ ਕਰਨ ਤੋਂ ਪਹਿਲੇ ਇਸ ਚੀਜ਼ ਦੇ ਉੱਤੇ ਗੌਰ ਕੀਤਾ ਹੈ ਕਿ ਜਿਸ ਲੜਕੇ ਨਾਲ ਸ਼ਾਦੀ ਕੀਤੀ ਜਾ ਰਹੀ ਹੈ ਉਹਦਾ ਰਿਕਾਰਡ ਰੱਖਿਆ ਕਦੀ? ਕਿਆ ਕਿਤੇ ਇਹਨੇ ਕਿਤੇ 3 ਜੁਮੇ ਤਾਂ ਨਹੀਂ ਛੱਡੇ? ਕਿਉਂਕਿ ਅਗਰ ਉਹਨੇ 3 ਜੁਮੇ ਛੱਡੇ ਹੋਏ ਫਿਰ ਤਾਂ ਮੁਸਲਮਾਨ ਹੀ ਨਹੀਂ ਰਿਹਾ ਲੜਕਾ, ਦਾਇਰਾ ਇਸਲਾਮ 'ਚੋਂ ਨਿਕਲ ਗਿਆ। ਅਤੇ ਫਿਰ ਮੁਸਲਮਾਨ ਲੜਕੀ ਦੀ ਉਸ ਗੈਰ ਮੁਸਲਿਮ ਲੜਕੇ ਨਾਲ ਜਾਂ ਦਾਇਰਾ ਇਸਲਾਮ 'ਚੋਂ ਨਿਕਲੇ ਹੋਏ ਲੜਕੇ ਨਾਲ ਸ਼ਾਦੀ ਕਿਵੇਂ ਹੋ ਜਾਂਦੀ ਹੈ? ਯਕੀਨਨ ਐਵੇਂ ਨਹੀਂ ਵੇਖਿਆ ਹੋਏਗਾ ਤੁਸੀਂ ਕਿਸੇ ਨੂੰ, ਨਾ ਕਦੀ ਕਿਸੇ ਨੂੰ ਦੁਬਾਰਾ ਉਹਨਾਂ ਕਲਮਾ ਪੜ੍ਹਾਉਂਦਾ ਵੇਖਿਆ ਹੋਏਗਾ, ਅਤੇ ਨਾ ਹੀ ਇਹ ਸਭ ਚੀਜ਼ਾਂ 'ਤੇ ਗੌਰ ਕਰਦਾ ਵੇਖਿਆ ਹੋਏਗਾ। ਫਿਰ ਪਤਾ ਲੱਗਾ ਗੱਲ ਕੋਈ ਹੋਰ ਹੈ ਜਿਹੜੀ ਕਿਸੇ ਨੂੰ ਸਮਝ ਨਹੀਂ ਆਈ। ਸਵਾਲ ਕਰ ਲੈਣਾ ਆਪਣੇ ਉਲਮਾ ਨੂੰ ਸਵਾਲ ਕਿ ਅਗਰ ਉਹ ਦਾਇਰਾ ਇਸਲਾਮ 'ਚੋਂ ਜੋ ਖਾਰਜ ਹੈ ਫਿਰ ਉਹ ਮੁਸਲਮਾਨ ਕਿਵੇਂ ਰਿਹਾ, ਉਹਦਾ ਨਿਕਾਹ ਬਾਕੀ ਕਿਵੇਂ ਰਿਹਾ? ਜਦੋਂ ਨਿਕਾਹ ਬਾਕੀ ਨਹੀਂ ਰਿਹਾ ਉਹਦੇ ਬੱਚੇ ਹੁਣ ਜਾਇਜ਼ ਨੇ ਕਿ ਨਜਾਇਜ਼ ਨੇ? ਅਤੇ ਫਿਰ ਸ਼ਾਦੀ ਕਰਨ ਤੋਂ ਪਹਿਲੇ ਇਸ ਚੀਜ਼ ਦਾ ਕਿਉਂ ਨਹੀਂ ਖਿਆਲ ਰੱਖਿਆ ਜਾਂਦਾ ਕਿ ਉਹਨੇ ਕਿਤੇ 3 ਜੁਮੇ ਤਾਂ ਨਹੀਂ ਛੱਡੇ? ਉਹਦਾ ਬਕਾਇਦਾ ਰਿਕਾਰਡ ਹੋਣਾ ਚਾਹੀਦਾ ਕਿ ਜਿਹਨੇ 3 ਜੁਮੇ ਛੱਡੇ ਹੋਣ ਉਹਦਾ ਮੁਸਲਮਾਨ ਨਾਲ ਸ਼ਾਦੀ ਨਹੀਂ ਹੋਣੀ ਚਾਹੀਦੀ। ਬਹਰਹਾਲ ਇਹਨਾਂ ਨੂੰ ਨਹੀਂ ਪਤਾ ਲੱਗਣਾ ਇਹ ਗੱਲ ਦਾ ਕੀ ਹੈ, ਪੁੱਛ ਲੈਣਾ ਫਿਰ ਵੀ। ਅਤੇ ਜਿਹੜੀ ਕੋਈ ਫਕੀਰ ਦੀ ਗੱਲ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ, ਅੱਗੋਂ ਤੁਹਾਡੀ ਕਿਸਮਤ। ਮੈਂ ਨਹੀਂ ਕਹਿੰਦਾ ਮੰਨ ਲੈਣਾ, ਨਾ ਮੰਨਣਾ ਮੇਰੇ ਵੱਲੋਂ, ਮੇਰਾ ਕੀ ਗਵਾਓਗੇ? ਠੀਕ ਹੈ, ਲੇਕਿਨ ਸੁਣ ਲਵੋ। ਆਖਰ ਹੁਣ ਤੁਹਾਨੂੰ ਇੱਕ ਅੰਦਰ ਦੀ ਗੱਲ ਦੱਸਦਾ, ਆ ਜਾਓ। ਜੁਮਾ ਜਿਹੜਾ ਹੈ ਨਾ, ਜੁਮਾ, ਜਮਾ, ਇਜਮਾ, ਇਹ ਮਿਲਦੇ ਜੁਲਦੇ ਲਫ਼ਜ਼ ਨੇ। ਜੁਮੇ ਵਾਲੇ ਦਿਨ ਹਮੇਸ਼ਾ ਜਮਾ ਹੀ ਹੋਇਆ ਜਾਂਦਾ ਹੈ, ਲਿਹਾਜ਼ਾ ਜੁਮੇ ਤੋਂ ਮੁਰਾਦ ਜਮਾ ਹੋਣਾ ਹੀ ਹੈ। ਠੀਕ ਹੈ, ਜੁਮਾ ਸਭ ਤੋਂ ਪਹਿਲਾ ਜੁਮਾ। ਜਦੋਂ ਅੱਲਾਹ ਤਾਲਾ ਨੇ ਤਮਾਮ ਅਰਵਾਹ ਨੂੰ ਜਮ੍ਹਾਂ ਕਰਕੇ ਪੁੱਛਿਆ, ਦੱਸੋ ਤੁਹਾਡਾ ਰੱਬ ਕੌਣ ਹੈ? ਤਮਾਮ ਰੂਹਾਂ, ਚਾਹੇ ਪਹਾੜਾਂ ਦੀਆਂ ਹੋਣ, ਪਾਣੀ ਦੀ ਹੋਣ, ਦਰਖਤ ਦੀ ਹੋਵੇ, ਚਾਵਲ, ਗੰਦਮ, ਜੋ ਕੁਛ ਵੀ ਹੈ, ਆਖਰ ਇਹਨਾਂ ਦੇ ਅੰਦਰ ਕੁਛ ਰੂਹ ਹੈ। ਹਰ ਚੀਜ਼ ਅੱਲਾਹ ਦੀ ਹਮਦੋ ਸਨਾ ਕਰਦੀ ਹੈ, ਉਹਦੀ ਦਲੀਲ ਕਿ ਉਹਦੇ ਅੰਦਰ ਵੀ ਕੋਈ ਰੂਹ ਹੈ। ਤਮਾਮ ਨੂੰ ਇਕੱਠਾ ਕੀਤਾ ਗਿਆ ਤਾਂ ਉਹਨੇ ਸਵਾਲ ਕੀਤਾ, ਹਾਂ ਦੱਸੋ ਤੁਹਾਡਾ ਰੱਬ ਕਿਹੜਾ ਹੈ? ਉਹਨਾਂ ਕਿਹਾ ਤੂੰ ਹੀ ਤਾਂ ਤੁਹਾਡਾ ਰੱਬ ਹੈ। ਵਾਹ! ਅਤੇ ਜਿਨ੍ਹਾਂ ਨੇ ਗਵਾਹੀ ਦਿੱਤੀ ਉਹ ਕਾਮਯਾਬ ਹੋਏ, ਜਿਨ੍ਹਾਂ ਨਹੀਂ ਦਿੱਤੀ ਬੜੀ ਸਾਰੀ ਹੈ ਸਨ ਜਿਨ੍ਹਾਂ ਨੇ ਇਨਕਾਰ ਵੀ ਕੀਤਾ। ਇਹ ਸੀ ਪਹਿਲਾ ਜੁਮਾ। ਦੂਸਰਾ ਜੁਮਾ ਖੁਤਬਾ ਹਜਤੁਲ ਵਿਦਾ ਗਦੀਰ ਖੁਮ ਦੇ ਮਕਾਮ 'ਤੇ, ਜਦੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜਿੰਦਾ ਮੈਂ ਮੌਲਾ ਵਾਂ ਉਹਦਾ ਅਲੀ ਮੌਲਾ ਵਾ ਇਸਲਾਮ। ਅਤੇ ਉਦੋਂ ਵੀ ਤਮਾਮ ਅਰਵਾਹ ਮਖਲੂਕਾਤ ਨੂੰ ਇਕੱਠਾ ਕੀਤਾ ਗਿਆ, ਚਾਹੇ ਉਹ ਨਜ਼ਰ ਆਉਂਦੀਆਂ ਸੀ, ਚਾਹੇ ਨਜ਼ਰ ਉਹ ਨਹੀਂ ਸੀ ਆਉਂਦੀਆਂ, ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਰਹਿਮਤ ਲਿਲ ਆਲਮੀਨ ਨੇ। ਅਤੇ ਆਲਮੀਨ ਸਿਰਫ ਪਾਕਿਸਤਾਨ ਹੀ ਨਹੀਂ, ਅਰਬ ਹੀ ਨਹੀਂ, ਹੋਰ ਵੀ ਉਹ ਜਿਹੜੇ ਅਸਮਾਨਾਂ ਦੇ ਉੱਤੇ ਵੀ ਜਹਾਨ ਨੇ ਸਾਰੇ। ਅਤੇ ਗਵਾਹੀ ਵੀ ਲਿਹਾਜ਼ਾ ਸਾਰਿਆਂ ਕੋਈ ਲੈਣੀ ਸੀ, ਕਿਉਂਕਿ ਜਦੋਂ ਆਲਮੀਨ ਦੇ ਨਬੀ ਨੇ ਨਾ, ਅਤੇ ਫਿਰ ਆਲਮੀਨ ਨੂੰ ਇਕੱਠਾ ਕਰਨਾ ਸੀ। ਉਹ ਵੱਖਰੀ ਗੱਲ ਹੈ, ਕਿਸੇ ਨੂੰ ਕੋਈ ਚੀਜ਼ਾਂ ਨਜ਼ਰ ਆਉਂਦੀਆਂ ਨੇ, ਕੋਈ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਠੀਕ ਹੈ, ਉਦੋਂ ਦੂਸਰਾ ਜੁਮਾ ਉਦੋਂ ਆਇਆ ਜਦੋਂ ਇਹ ਐਲਾਨ ਫਰਮਾਏਗਾ ਨਾ, ਜਿੰਦਾ ਮੈਂ ਮੌਲਾ ਵਾਂ ਨਾ, ਜਿੰਦਾ ਅੱਜ ਤੋਂ 18,000 ਆਲਮੀਨ ਦੇ ਵਿੱਚ ਜਿੰਦਾ ਮੈਂ ਸਰਦਾਰ ਹਾਂ, ਜਿੰਦਾ ਮੈਂ ਮੌਲਾ ਵਾਂ, ਅੱਜ ਤੋਂ ਬਾਅਦ ਹੁਣ ਹਕੂਮਤ ਮੌਲਾ ਅਲੀ ਦੀ ਹੈ। ਠੀਕ ਹੈ, ਉਦੋਂ ਦੂਸਰਾ ਜੁਮਾ ਹੋਇਆ। ਉਦੋਂ ਵੀ ਕਈਆਂ ਨੇ ਇਨਕਾਰ ਕੀਤਾ ਪਰ ਉਹਨਾਂ ਦੇ ਅਜ਼ਾਬ ਵੀ ਆਇਆ। ਠੀਕ ਹੈ, ਇਸ ਜੁਮੇ ਦਾ ਵੀ ਕਈਆਂ ਨੇ ਇਨਕਾਰ ਕੀਤਾ ਲੇਕਿਨ ਅਜ਼ਾਬ ਵੀ ਆਇਆ। ਹੁਣ ਤੀਸਰਾ ਜੁਮਾ, ਜਦੋਂ ਇਮਾਮ ਮਹਦੀ ਅਲੈਹਿਸਲਾਮ ਜ਼ਹੂਰ ਕਰਨਗੇ ਖਾਨਾ ਕਾਬਾ 'ਤੇ, ਉਦੋਂ ਵੀ ਲੋਕਾਂ ਤਮਾਮ ਅਰਵਾਹ ਨੂੰ ਜਮ੍ਹਾਂ ਕੀਤਾ ਜਾਏਗਾ, ਮਖਲੂਕਾਤ ਨੂੰ ਇਕੱਠਾ ਕੀਤਾ ਜਾਏਗਾ, ਕਿਉਂਕਿ ਸਿਲਸਿਲਾ ਤਾਂ ਇਹੋ ਹੀ ਹੈ ਨਾ ਇਹਨਾਂ ਵਾਲਾ ਹੀ। ਇਹ ਅੱਲਾਹ ਦੀ ਤਰਫੋਂ ਇਮਾਮ ਨੇ, ਇਹਨਾਂ ਨੇ ਤਮਾਮ ਜ਼ਾਲਮਾਂ ਨੂੰ ਖ਼ਤਮ ਕਰਨਾ। ਅਤੇ ਇਹ ਜ਼ਾਹਰੀ ਗੱਲ ਹੈ ਕਿ ਉਹ ਸਿਲਸਿਲਾ ਤਾਂ ਇਹੋ ਹੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਲਾ ਹੀ ਨਾ। ਇਹਨਾਂ ਨੇ ਜਦੋਂ ਜ਼ਹੂਰ ਫਰਮਾਉਣਾ ਹੈ ਅਤੇ ਇਹਨਾਂ ਨੇ ਤਮਾਮ ਲੋਕਾਂ ਨੂੰ ਜਮ੍ਹਾਂ ਕਰਕੇ, ਮਖਲੂਕ ਨੂੰ ਜਮ੍ਹਾਂ ਕਰਕੇ ਬੈਅਤ ਲੈਣੀ ਹੈ। ਅਤੇ ਜਿਹੜਾ ਬੈਅਤ ਕਰ ਲੇਗਾ ਉਹ ਕਾਮਯਾਬ ਹੋ ਜਾਏਗਾ, ਜਿਹੜਾ ਇਨਕਾਰ ਹੀ ਹੋਣਗੇ ਉਹ ਕਾਫਰ ਅਤੇ ਦਾਇਰਾ ਇਸਲਾਮ 'ਚੋਂ ਖਾਰਜ ਹੋਣਗੇ। ਠੀਕ ਹੈ, ਇਹ ਨੇ ਉਹ 3 ਜੁਮੇ
ਜਿਹੜਾ ਇਹਨਾਂ ਤਿੰਨਾਂ ਜੁਮਿਆਂ ਨੂੰ ਛੱਡੇਗਾ ਨਾ ਉਹ ਦਾਇਰਾ ਇਸਲਾਮ 'ਚੋਂ ਖਾਰਜ ਹੈ। ਠੀਕ ਹੈ ਤੇ ਇਹੋ ਹੀ ਤਿੰਨ ਛੱਡੇ ਜਾਣ ਵਾਲਾ ਕਾਫਰ ਇੱਥੇ ਦਾਇਰਾ ਇਸਲਾਮ 'ਚੋਂ ਖਾਰਜ ਹੈ। ਹੁਣ ਤੁਹਾਡੀ ਮਰਜ਼ੀ ਇਸ ਗੱਲ ਨੂੰ ਮੰਨ ਲਵੋ ਜਾਂ ਇਸ ਗੱਲ ਨੂੰ ਮੰਨ ਲਵੋ, ਇਹ ਤੁਹਾਡੀ ਮਰਜ਼ੀ ਹੈ। ਮੇਰੇ 'ਤੇ ਕੋਈ ਭਾਰ ਨਹੀਂ, ਮੈਂ ਤੁਹਾਨੂੰ ਮਨਾਉਣਾ ਨਹੀਂ ਚਾਹੁੰਦਾ। ਇਹ ਤਾਂ ਐਵੇਂ ਤੁਹਾਡੇ 'ਤੇ ਤਰਸ ਆ ਗਿਆ ਸੀ, ਤੁਹਾਨੂੰ ਦੱਸ ਦਿੱਤਾ। ਤੇ ਬਾਕੀ ਇਹ ਹਰ ਬੰਦਾ ਫੈਸਲਾ ਕਰੇਗਾ ਕਿ ਇਸ ਗੱਲ 'ਚ ਵਜ਼ਨ ਹੈ, ਉਸ ਗੱਲ 'ਚ ਕੋਈ ਵਜ਼ਨ ਨਹੀਂ, ਕੋਈ ਦਲੀਲ ਨਹੀਂ, ਬਸ ਉਹ ਗੱਲ ਐਵੇਂ ਕਰ ਦਿੱਤੀ ਕਿਸੇ ਨੇ। ਬਾਕੀ ਮੈਂ ਤੁਹਾਨੂੰ ਸਰਕਾਰ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਮੰਨ ਲੈਣਾ, ਨਾ ਮੰਨਣਾ ਮੇਰਾ ਕੀ ਗਵਾਓਗੇ। ਤੁਸੀਂ ਮੈਨੂੰ ਦੇਣ ਕੀ ਦਿਓ ਕਿ ਮੈਂ ਕੋਈ ਤੁਹਾਡਾ ਜ਼ਾਕਰ ਤਾਂ ਨਹੀਂ ਕਿ ਤੁਸੀਂ ਮੇਰੀ ਫੀਸ ਮਾਰ ਲਓਗੇ। ਤੇ ਇਹ ਗੱਲ ਹੈ ਕਿ ਮੈਨੂੰ ਤੁਹਾਡੇ ਕੋਲ ਲਾਲਚ ਕੀ ਹੈ। ਮੰਨ ਲਓਗੇ ਤਾਂ ਅੱਛੀ ਗੱਲ ਹੈ, ਨਾ ਮੰਨੋਗੇ ਤਾਂ ਤੁਹਾਡੀ ਮਰਜ਼ੀ, ਲੇਕਿਨ तहकीक लाजमी करना, गौर फिक्र लाजमी करना। बाकी अल्लाह मालिक।